Hello students, today we start lesson number 14 natural resources। ਨੈਚੁਰਲ ਰਿਸੋਰਸਿਸ ਕੀ ਹੁੰਦੇ ਹੈਗੇ, ਇਹਨਾਂ ਨੂੰ ਅਸੀਂ ਕੁਦਰਤੀ ਸਾਧਨ ਵੀ ਕਹਿੰਦੇ ਹੈਗੇ ਆ। ਇਹ ਕਿਹੜੇ ਹੁੰਦੇ ਹੈਗੇ ਆ ਜੋ ਨੈਚੁਰਲੀ ਬਣਦੇ ਹੈਗੇ ਆ, ਉਹ ਲਾਈਫ ਨੂੰ ਸਪੋਰਟ ਕਰਦੇ ਹੈਗੇ ਆ। ਜਿਵੇਂ ਕਿ ਹਵਾ ਹੋ ਗਈ, ਪਾਣੀ ਹੋ ਗਿਆ, ਮਿੱਟੀ ਹੋ ਗਈ, ਇਹ ਸਾਰੇ ਐਗਜ਼ਾਮਪਲ ਹੈ ਨੈਚੁਰਲ ਰਿਸੋਰਸਿਸ ਦੀਆਂ। ਔਰ ਅਰਥ ਹੀ ਇਹਨਾਂ ਸਾਰੇ ਪਲੈਨਟਸ ਦੇ ਵਿੱਚੋਂ ਇੱਦਾਂ ਦਾ ਪਲੈਨਟ ਹੈ ਜਿੱਥੇ ਲਾਈਫ ਪੋਸੀਬਲ ਹੈ। ਔਰ ਉਹਦਾ ਕਾਰਨ ਵੀ ਇਹੀ ਹੈਗਾ ਆ ਕਿ ਇੱਥੇ ਉਹ ਸਾਰੇ ਫੈਕਟਰ ਮੌਜੂਦ ਹੈਗੇ ਆ ਜਿਹਦੇ ਕਰਕੇ ਲਾਈਫ ਹੁੰਦੀ ਹੈ, ਜਿੱਦਾਂ ਕਿ ਪ੍ਰੋਪਰ ਟੈਂਪਰੇਚਰ ਹੈ, ਵਾਟਰ ਹੈ, ਫੂਡ ਹੈ। ਤੋ ਇਹ ਸਾਰੇ ਸੋਰਸਿਸ ਜਿਹੜੇ ਹੈਗੇ ਆ ਉਹ ਮਿਲ ਕੇ ਜਿਹੜਾ ਇੱਕ ਇੱਦਾਂ ਦਾ ਇਨਵਾਇਰਮੈਂਟ ਬਣਾਉਂਦੇ ਆ ਜਿਹਦੇ ਕਾਰਨ ਅਰਥ ਦੇ ਉੱਤੇ ਲਾਈਫ ਪੋਸੀਬਲ ਹੁੰਦੀ ਹੈਗੀ ਆ। तो वट आर द रिसोर्सिज ऑन द अर्थ? द आउटर क्रस्ट ऑफ अर्थ, जो अर्थ की बाहर वाली क्रस्ट हैगी आ, यानी कि ਆਪਾਂ लैंड वाला जिन्ना भी हिस्सा है ਉਹਨੂੰ ਅਸੀਂ ਕੀ ਕਹਿ ਦਿੰਦੇ ਹੈਗੇ, ਲੀਥੋਸਫੇਅਰ ਕਹਿੰਦੇ ਹੈਗੇ ਆ। ਔਰ ਅਰਥ ਦੇ ਉੱਪਰ ਜਿੰਨਾ ਵੀ ਵਾਟਰ ਪਾਇਆ ਜਾਂਦਾ ਹੈ ਉਹਨੂੰ ਅਸੀਂ ਹਾਈਡਰੋਸਫੇਅਰ ਕਹਿੰਦੇ ਹੈਗੇ ਆ। ਔਰ ਸਾਨੂੰ ਪਤਾ ਹੈ ਕਿ ਅਰਥ ਜਿਹੜੀ ਹੈ ਉਹ 75% ਵਾਟਰ ਨਾਲ ਕਵਰ ਹੋਈ ਹੈਗੀ ਆ। ਔਰ ਜੋ ਏਅਰ ਵਾਲਾ ਪੋਰਸ਼ਨ ਆ, ਜੋ ਅਰਥ ਦੇ ਆਲੇ ਦੁਆਲੇ ਜਿੰਨਾ ਵੀ ਏਅਰ ਕਵਰ ਕਰਦੀ ਹੈਗੀ ਆ, ਉਹਨੂੰ ਅਸੀਂ ਐਟਮੋਸਫੇਅਰ ਕਹਿੰਦੇ ਆ। ਤਾਂ ਲੀਥੋਸਫੇਅਰ, ਹਾਈਡਰੋਸਫੇਅਰ ਐਂਡ ਐਟਮੋਸਫੇਅਰ, ਇਹ ਤਿੰਨੋਂ ਹੀ ਸਫੇਅਰਸ ਮਿਲ ਕੇ ਅਰਥ ਦੇ ਉੱਤੇ ਲਾਈਫ ਨੂੰ ਪੋਸੀਬਲ ਬਣਾਉਂਦੇ ਹੈਗੇ ਆ। ਔਰ ਇਹਨਾਂ ਨੂੰ ਜਦੋਂ ਇਹ ਤਿੰਨੋਂ ਦੇ ਤਿੰਨੋਂ ਕੰਪੋਨੈਂਟ ਜਦੋਂ ਆਪਸ ਵਿੱਚ ਮਿਲ ਕੇ ਕੰਮ ਕਰਦੇ ਆ ਲਾਈਫ ਨੂੰ ਪੋਸੀਬਲ ਕਰਨ ਦੇ ਲਈ, ਉਹਨੂੰ ਅਸੀਂ ਕੀ ਕਹਿ ਦਿੰਦੇ ਹੈ, ਬਾਇਓਸਫੇਅਰ ਕਹਿੰਦੇ ਹੈਗੇ ਆ। तो बायोस्फेयर ਦੇ ਜਿਹੜੇ ਕੰਪੋਨੈਂਟਸ ਹੈਗੇ ਆ ਉਹ ਟੂ ਟਾਈਪਸ ਦੇ ਹੁੰਦੇ ਹੈ, ਬਾਇਓਟਿਕ ਕੰਪੋਨੈਂਟਸ ਐਂਡ ਅਬਾਇਓਟਿਕ ਕੰਪੋਨੈਂਟਸ। ਬਾਇਓਟਿਕ ਕੰਪੋਨੈਂਟਸ ਉਹ ਹੁੰਦੇ ਹੈਗੇ ਆ ਜਿਹਦੇ ਵਿੱਚ ਸਾਰੀਆਂ ਲਿਵਿੰਗ ਥਿੰਗਸ ਆਉਂਦੀਆਂ ਹੈਗੀਆਂ ਆ। ਔਰ ਅਬਾਇਓਟਿਕ ਕੰਪੋਨੈਂਟਸ ਉਹ ਸਾਰੇ ਕੰਪੋਨੈਂਟਸ ਹੁੰਦੇ ਹੈਗੇ ਜਿਨ੍ਹਾਂ ਦੇ ਵਿੱਚ ਸਾਰੀਆਂ ਨੋਨ ਲਿਵਿੰਗ ਥਿੰਗਸ ਆਉਂਦੀਆਂ ਹੈ। ਏਅਰ ਜਿਹੜੀ ਹੈ ਨੈਕਸਟ ਸਾਡਾ ਜੋ ਫਸਟ ਨੈਚੁਰਲ ਰਿਸੋਰਸ ਹੈ ਦੈਟ ਇਜ਼ ਏਅਰ। एयर की है आप पिछली क्लास च भी पढ़िया है। एयर इज़ अ मिक्सचर ऑफ डिफरेंट गैसेस लाइक नाइट्रोजन, कार्बन डाइऑक्साइड, वाटर वेपर्स, ऑक्सीजन, आर्गन, बहुत सारिया गैसेस जड़ियाँ मिल के हवा नूं बनांदियां हैगियां। और यही कंपोजिशन जिहड़ी है वो लाइफ नूं सपोर्ट करती हैगी आ। दूसरे प्लैनट्स जिद्दां कि वीनस है, मार्स है, इन्हां दे उपर हवा जिहड़ी पाई तां जांदी हैगी पर उहदा मेजर पार्ट ही कार्बन डाइऑक्साइड दा बनिया हुंदा। तकरीबन 95% कार्बन डाइऑक्साइड तो ये बने हुए इन्हां दी एटमोसफेयर जिहड़े हैगे आ। तो इसी करके उत्थे लाइफ जिहड़ी है पॉसीबल नहीं हैगी। अर्थ ਦੇ ਉੱਤੇ ਲਾਈਫ ਪੋਸੀਬਲ ਹੋਣ ਦਾ ਕਾਰਨ ਕੀ ਹੈ, ਕਿਉਂਕਿ ਹਵਾ ਦੇ ਵਿੱਚ ਬਾਕੀ ਸਾਰੀ ਗੈਸਿਸ ਦੇ ਨਾਲ ਨਾਲ ਲਿਵਿੰਗ ਗੈਸ ਜਿਹੜੀ ਹੈ ਯਾਨੀ ਕਿ ਆਕਸੀਜਨ ਇਹ ਮੌਜੂਦ ਰਹਿੰਦੀ ਹੈਗੀ ਆ। ਸਾਨੂੰ ਪਤਾ ਹੀ ਆਪਾਂ ਜਿੱਦਾਂ ਲੈਸਨ ਨੰਬਰ 5 'ਚ ਪੜ੍ਹਿਆ ਹੈਗਾ ਹੈ ਕਿ ਕੁਝ ਸੈਲਸ ਜਿਹੜੇ ਹੈਗੇ ਆ ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈਗੀ ਆ ਗਲੂਕੋਜ਼ ਨੂੰ ਬ੍ਰੇਕ ਕਰਨ ਦੇ ਲਈ, ਤਾਂ ਕਿ ਉਹ ਜਿੰਦਾ ਰਹਿਣ ਦੇ ਲਈ ਜਾਂ ਅਲੱਗ-ਅਲੱਗ ਕੰਮ ਕਰਨ ਦੇ ਲਈ એનર્ਜੀ ਪ੍ਰਾਪਤ ਕਰ ਸਕਣ। ਔਰ ਇਸੇ ਦੌਰਾਨ ਉਹ ਕਾਰਬਨ ਡਾਈਆਕਸਾਈਡ ਰਿਲੀਜ਼ ਕਰਦੇ ਹੈਗੇ ਆ। ਇਸ ਤੋਂ ਇਲਾਵਾ ਕੰਬਸ਼ਨ ਯਾਨੀ ਕਿ ਦਹਨ ਇੱਕ ਇੱਦਾਂ ਦੀ ਕਿਰਿਆ ਹੈਗੀ ਆ। ਕੋਈ ਚੀਜ਼ ਨੂੰ ਜਦੋਂ ਅਸੀਂ ਜਲਾਉਣਾ ਤਾਂ ਵੀ ਆਕਸੀਜਨ ਦੀ ਜ਼ਰੂਰਤ ਹੁੰਦੀ ਹੈਗੀ ਆ। ਔਰ ਜਦੋਂ ਇਹ ਫਿਊਲ ਕੋਈ ਬਰਨ ਹੁੰਦਾ ਤਾਂ એનર્ਜੀ ਰਿਲੀਜ਼ ਕਰਦਾ ਹੈ ਔਰ ਉਹ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਹੀ ਕਰਦਾ ਹੈ। तो ऑक्सीजन और कार्बन डाइऑक्साइड का हवा दे विच बैलेंस जिहड़ा है वो फिक्स करन दे विच हेल्प करते हैं प्लांट्स एंड एनिमल्स। ठीक है, तो द कार्बन डाइऑक्साइड इज़ फिक्सड बाय टू वेज़ दे नाल प्लांट्स जिहड़े हैगे आ वो या एनीमल्स जो हैगे वो कार्बन डाइऑक्साइड नूं हवा दे विच उहदी अमाउंट नूं वधन नहीं दिंदे है, फिक्स करके रखते हैं। सब तो पहला प्लांट की आपां गल करिए तो ग्रीन प्लांट्स ड्यूरिंग फोटोसिंथेसिस कन्वर्ट इट इनटू ग्लूकोज। तो ग्रीन प्लांट्स जिहड़े हैगे वो कार्बन डाइऑक्साइड नूं फोटोसिंथेसिस प्रोसैस के थ्रू ग्लूकोज विच कन्वर्ट कर दिंदे हैगे। इसी तरह मैरीन एनीमल्स हैगे आ जिहड़े मैरीन एनीमल्स जिहड़े समुंदरां दे विच पाए जांदे हैगे आ, समुंदर दे तल ते पाए जांदे एनीमल्स हैगे आ, वो हवा दे पानी दे विच जिहड़ी कार्बन डाइऑक्साइड घुल जांदी हैगी आ या कार्बोनेट जिहड़े पाए जांदे हैगे आ उन्हां नूं जिहड़े पानी विच घुले होए कार्बोनेट्स हैगे आ उन्हां नूं अपने शैल
ਬਣਾਉਣ ਦੇ ਲਈ ਯੂਜ਼ ਕਰਦੇ ਹੈਗੇ ਆ। ਦ ਰੋਲ ਆਫ ਦਾ ਐਟਮੋਸਫੇਅਰ ਇਨ ਕਲਾਈਮੇਟ ਕੰਟਰੋਲ, ਸਾਡਾ ਜਿਹੜਾ ਕਲਾਈਮੇਟ ਨੂੰ ਕੰਟਰੋਲ ਕਰਨ ਦੇ ਲਈ ਐਟਮੋਸਫੇਅਰ ਦਾ ਕੀ ਰੋਲ ਹੈ। ਐਟਮੋਸਫੇਅਰ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ, ਐਟਮੋਸਫੇਅਰ ਉਹ ਸਾਰਾ ਏਰੀਆ ਹੁੰਦਾ ਜਿਹਦੇ ਵਿੱਚ ਹਵਾ ਹੁੰਦੀ ਹੈਗੀ ਆ, ਜਿਹੜੀ ਅਰਥ ਦੇ ਆਲੇ ਦੁਆਲੇ ਹਵਾ ਨੇ ਕਵਰ ਕੀਤਾ ਹੁੰਦਾ ਹੈ, ਉਹਨੂੰ ਅਸੀਂ ਐਟਮੋਸਫੇਅਰ ਕਹਿੰਦੇ ਆ। ਤਾਂ ਕਲਾਈਮੇਟ ਨੂੰ ਕੰਟਰੋਲ ਕਰਨ ਦੇ ਲਈ ਹਵਾ ਦਾ ਜਾਂ ਐਟਮੋਸਫੇਅਰ ਦਾ ਕੀ ਰੋਲ ਹੈਗਾ ਆ। ਦਾ ਐਟਮੋਸਫੇਅਰ ਜਿਹੜਾ ਹੈਗਾ ਆ ਉਹ ਅਰਥ ਨੂੰ ਇੱਕ ਬਲੈਂਕਟ ਦੀ ਤਰ੍ਹਾਂ ਕਵਰ ਕਰਕੇ ਰੱਖਦਾ ਹੈ। ਦ ਐਟਮੋਸਫੇਅਰ ਕਵਰਿੰਗ ਦਾ ਅਰਥ ਲਾਈਕ ਅ ਬਲੈਂਕਟ। ਦ ਐਟਮੋਸਫੇਅਰ ਕੀਪ ਦਾ ਐਵਰੇਜ ਟੈਂਪਰੇਚਰ ਆਫ ਦਾ ਅਰਥ, ਇਟ ਕੀਪਸ ਸਟੈਡੀ ਡਿਊਰਿੰਗ ਡੇ ਐਂਡ ਨਾਈਟ because it controls the escape of heat into out space। मतलब कि एटमोसफेयर ਜਿਹੜਾ ਹੈ ਇਹ ਅਰਥ ਦੇ ਐਵਰੇਜ ਟੈਂਪਰੇਚਰ ਨੂੰ ਮੇਨਟੇਨ ਕਰਨ ਵਿੱਚ ਹੈਲਪ ਕਰਦਾ ਹੈ। ਇਹ ਦਿਨ ਔਰ ਰਾਤ ਵੇਲੇ ਜੋ ਟੈਂਪਰੇਚਰ ਆ ਉਹਨੂੰ ਸਟੈਡੀ ਰੱਖਦਾ ਹੈ, ਇਕੁਅਲ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਹਦਾ ਰੀਜ਼ਨ ਕੀ ਹੈਗਾ ਕਿ ਇਹ ਜਿੰਨੀ ਵੀ ਹੀਟ ਹੈਗੀ ਆ ਉਹਨੂੰ ਐਸਕੇਪ ਹੋਣ ਤੋਂ ਰੋਕਦਾ ਵੀ ਹੈ ਔਰ ਐਸਕੇਪ ਹੋਣ ਵੀ ਦਿੰਦਾ ਹੈ, ਯਾਨੀ ਕੰਟਰੋਲ ਮੈਨਰ ਦੇ ਵਿੱਚ ਇਹ ਦੋਨੋਂ ਚੀਜ਼ਾਂ ਦੋਨੋਂ ਪ੍ਰੋਸੈਸ ਕਰਦਾ ਹੈਗਾ। ਯਾਨੀ ਕਿ ਜੋ ਹੀਟ ਟਰੈਪ ਹੋਈ ਹੈ ਉਹਨੂੰ ਸਪੇਸ ਵਿੱਚ ਬਾਹਰ ਛੱਡਣਾ ਕਿੰਨੇ ਅਮਾਊਂਟ ਵਿੱਚ ਆ ਉਹ ਸਾਰਾ ਐਟਮੋਸਫੀਅਰ ਜਿਹੜਾ ਹੈ ਉਹ ਕੰਟਰੋਲ ਕਰਦਾ ਹੈ। ਦ ਮੂਵਮੈਂਟ ਆਫ ਏਅਰ ਵਿੰਡਸ, ਹੁਣ ਸਾਨੂੰ ਪਤਾ ਹੈ ਏਅਰ ਕੀ ਹੈ। ਏਅਰ ਬੇਟਾ ਹਵਾ ਹੈ, ਮਿਕਸਚਰ ਆਫ ਗੈਸਿਸ ਇਜ਼ ਨੋਨ ਐਜ਼ ਏਅਰ। ਬਟ ਜਦੋਂ ਏਅਰ ਦੀ ਮੂਵਮੈਂਟ ਹੁੰਦੀ ਹੈਗੀ ਆ ਉਹਨੂੰ ਅਸੀਂ ਵਿੰਡ ਕਹਿੰਦੇ ਹੈਗੇ ਆ। ਬੇਸ਼ੱਕ ਦੋਨੋਂ ਨੂੰ ਜੇ ਆਪਾਂ ਪੰਜਾਬੀ 'ਚ ਬੋਲੀਏ ਤਾਂ ਕੀ ਹੁੰਦਾ ਹੈ, ਏਅਰ ਦਾ ਮਤਲਬ ਵੀ ਹਵਾ ਔਰ ਵਿੰਡ ਦਾ ਮਤਲਬ ਵੀ ਹਵਾ। ਪਰ ਹਵਾ ਏਅਰ ਜਦੋਂ ਆਉਂਦੀ ਆ ਆਪਾਂ ਗੱਲ ਕਰਦੇ ਹੈਗੇ ਆ ਤਾਂ ਮਿਕਸਚਰ ਆਫ ਗੈਸਿਸ ਦੀ ਗੱਲ ਕਰਦੇ ਹੈ, ਔਰ ਜਦੋਂ ਵਿੰਡ ਦੀ ਗੱਲ ਕਰਦੇ ਹੈਗੇ ਆ ਤਾਂ ਹਵਾ ਚਲਦੀ ਹੋਈ ਦੀ ਗੱਲ ਕਰਦੇ ਆ, ਜਦੋਂ ਹਵਾ ਮੂਵ ਕਰਦੀ ਹੈਗੀ ਆ। ਵੀ ਹੈਵ ਆਲ ਫੈਲਟ ਦਾ ਰਿਲੀਫ brought by cool evening breeze after a hot day, or to get rain after some days of really hot weather। ਆਪਾਂ ਬਹੁਤ ਫੀਲ ਕਰਦੇ ਆ, ਸਕੂਨ ਜਿਹਾ ਫੀਲ ਕਰਦੇ ਆ ਕਿ ਜਦੋਂ ਬਹੁਤ ਗਰਮੀ ਹੁੰਦੀ ਹੈਗੀ ਆ ਦਿਨ ਵੇਲੇ ਔਰ ਸ਼ਾਮ ਨੂੰ ਠੰਡੀ ਠੰਡੀ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਹੈ, ਜਾਂ ਥੋੜ੍ਹੇ ਦਿਨ ਗਰਮ ਮੌਸਮ ਹੁੰਦਾ ਹੈ ਤਾਂ ਅਚਾਨਕ ਇੱਕ ਦਿਨ ਬਾਰਿਸ਼ ਹੁੰਦੀ ਹੈਗੀ ਆ ਤਾਂ ਅਸੀਂ ਬੜਾ ਸਕੂਨ ਫੀਲ ਕਰਦੇ ਹੈਗੇ ਆ। ਵਟ ਕਾਜ਼ਿਜ਼ ਦਾ ਮੂਵਮੈਂਟ ਆਫ ਏਅਰ, ਹੁਣ ਉਹ ਜਿਹੜੀ ਹਵਾ ਚੱਲੀ ਗਰਮੀ ਵਾਲੇ ਦਿਨ ਸ਼ਾਮ ਨੂੰ ਉਹ ਕਿੱਦਾਂ ਚੱਲੀ, ਮੂਵਮੈਂਟ ਆਫ ਏਅਰ ਕਿੱਦਾਂ ਹੋਈ, ਜਾਂ ਵਟ ਬ੍ਰਿੰਗਸ ਅਸ ਦਾ ਰੇਨਸ, ਜਾਂ ਸਾਡੇ ਰੇਨਸ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਆਈ। ਹੁਣ ਹਵਾ ਜਿਹੜੀ ਹੈਗੀ ਉਹ ਜੈਂਟਲੀ ਵੀ ਚੱਲਦੀ ਆ, ਹਲਕੀ ਹਲਕੀ ਮੱਧਮ ਚੱਲਦੀ ਹੈਗੀ ਆ, ਸਟਰੋਂਗ ਹਵਾ ਵੀ ਚੱਲਦੀ ਹੈਗੀ ਆ, ਔਰ ਕਈ ਵਾਰ ਤਾਂ ਇਹ ਤੂਫਾਨ ਯਾਨੀ ਸਟਰੋਮ ਦਾ ਰੂਪ ਵੀ ਲੈ ਲੈਂਦੀ ਹੈਗੀ ਆ। All these phenomena are the result of change that takes place in our atmosphere due to heating of air and the formation of water vapors। ਹੁਣ ਹਵਾ ਦਾ ਚੱਲਣਾ ਜਾਂ ਬਾਰਿਸ਼ ਦਾ ਆਉਣਾ ਇਹ ਕਿਹਦੇ ਕਰਕੇ ਹੋਇਆ, ਇਹ ਸਾਰੇ ਫਿਨੋਮੀਨਾ ਜਿਹੜੇ ਆ ਐਟਮੋਸਫੇਅਰ ਦੇ ਵਿੱਚ ਚੇਂਜ ਆਉਣ ਕਰਕੇ ਹੁੰਦਾ ਹੈ। ਐਟਮੋਸਫੇਅਰ ਵਿੱਚ ਜਦੋਂ ਹਵਾ ਗਰਮ ਹੁੰਦੀ ਹੈਗੀ ਆ ਔਰ ਜਾਂ ਵਾਟਰ ਵੇਪਰਸ ਦੀ ਫਾਰਮੇਸ਼ਨ ਹੁੰਦੀ ਹੈਗੀ ਆ ਤਾਂ ਉਸ ਵੇਲੇ ਇਹ ਚੇਂਜਿਸ ਆਉਂਦੀਆਂ ਹੈਗੀਆਂ, ਯਾਨੀ ਕਿ ਹਵਾ ਚੱਲਣੀ ਸ਼ੁਰੂ ਹੁੰਦੀ ਹੈ ਜਾਂ ਬਾਰਿਸ਼ ਆਉਂਦੀ ਹੈ। ਵੈਨ ਏਅਰ ਇਜ਼ ਹੀਟਡ ਬਾਈ ਰੇਡੀਏਸ਼ਨ ਫਰੋਮ ਦਾ ਹੀਟਡ ਲੈਂਡ ਔਰ ਵਾਟਰ ਇਟ ਰਾਈਜ਼ਿਜ਼। ਕਹਿੰਦੇ ਜਦੋਂ ਹਵਾ ਜਿਹੜੀ ਹੈ ਚਾਹੇ ਉਹ ਲੈਂਡ ਯਾਨੀ ਗਰਮ ਲੈਂਡ ਜਾਂ ਗਰਮ ਪਾਣੀ ਦੇ ਉੱਪਰ ਹੁੰਦੀ ਹੈਗੀ ਆ ਤਾਂ ਉਹਦੀ ਗਰਮੀ ਦੇ ਕਰਕੇ ਹਵਾ ਵੀ ਗਰਮ ਹੋ ਜਾਂਦੀ ਹੈ, ਔਰ ਗਰਮ ਹਵਾ ਹਮੇਸ਼ਾ ਬੇਟਾ ਹਲਕੀ ਹੁੰਦੀ ਹੈਗੀ ਆ, ਜਿਹਦੇ ਕਰਕੇ ਕੀ ਹੈ ਇਟ ਰਾਈਜ਼ਿਜ਼ ਮਤਲਬ ਇਹ ਉੱਪਰ ਉੱਠਦੀ ਹੈਗੀ ਆ। If we look at the situation in coastal areas during day, the air above the land get heated and start rising। ਕਹਿੰਦੇ ਜੇ ਆਪਾਂ ਕੋਸਟਲ ਏਰੀਆਜ਼ ਦੀ ਇੱਥੇ ਐਗਜ਼ਾਮਪਲ ਦਿੱਤੀ ਹੈ ਕਿ ਕੋਸਟਲ ਏਰੀਆ ਕਿਹੜੇ ਹੁੰਦੇ ਬੇਟਾ, ਜਿਹੜੇ ਸਮੁੰਦਰੀ ਇਲਾਕੇ ਹੁੰਦੇ ਹੈਗੇ ਆ ਉਹਨਾਂ ਦੇ ਏਰੀਆਜ਼ ਦੇ ਵਿੱਚ ਦਿਨ ਦੇ ਦੌਰਾਨ ਹਵਾ ਜਿਹੜੀ ਆ ਉਹ ਲੈਂਡ ਦੇ ਨੇੜੇ ਵਾਲੀ ਹਵਾ ਜਿਹੜੀ ਉਹ ਜ਼ਿਆਦਾ ਗਰਮ ਹੁੰਦੀ ਆ, ਔਰ ਗਰਮ ਹੋ ਕੇ ਉਹ ਹਲਕੀ ਹੋਈ ਤਾਂ ਕੀ ਹੋਇਆ ਹੋਏਗਾ, ਰਾਈਜ਼ ਹੋ ਜਾਂਦੀ ਹੈ, ਯਾਨੀ ਹਵਾ ਉੱਪਰ ਵੱਲ ਉੱਠਦੀ ਹੈਗੀ ਆ, ਜਿਹਦੇ ਕਾਰਨ ਕੀ ਹੁੰਦਾ ਹੈ
हवा जिद्दां ही राइज हुई तो नीचे जिथों हुण हवा उपर उठ गई तो वो जगह तो खाली हो गई, उस जगह ते लो प्रैशर क्रिएट हो गया, जिहदे कारण की होया कि समुंदर वल जिहड़ी हवा हैगी आ, क्योंकि वो इन्ना ज़्यादा गर्म नहीं हैगा तो उत्थे दी हवा ठंडी ते भारी रह गई, तो हवा जिहड़ी आ लैंड वल नूं मूव करना शुरू कर जाएगी, यानी कि क्योंकि वो लो हाई टू लो कंसनट्रेशन आ जाएगी। तो सो द मूवमेंट ऑफ एयर फ्रॉम वन एरिया टू अनदर क्रिएट्स विंड। तो इस तरह हवा चलनियाँ शुरू होंदियां हैगियां, ठीक है, जदों हवा जिहड़ी आ एक एरिया तो दूसरे एरिया जाती है, जिहदे करके विंड्स क्रिएट होंदियां आ, यानी हवावां पैदा होंदियां हैगियां। ड्यूरिंग डे द डायरेक्शन ऑफ विंड वुड बी फ्रॉम सी टू लैंड एंड ड्यूरिंग नाइट बोथ लैंड एंड सी स्टार्ट टू कूल सिंस वाटर कूल्स स्लो दैन land and air above water is much warmer than the air above land, so the direction of wind would be from land to sea। ਹੁਣ दिन वेले सानू पता है कि लैंड दे नेड़े वाली हवा गर्म हो के ऊपर उठी और समुंदर वालों हवा जिहड़ी है ठंडी सी तो वो लैंड वाल नूं मूव कर गई, यानी दिन वेले हवा जिहड़ी है समुंदर तो लैंड वाल मूव कीती है चलेगी। पर रात वेले की है दोनों चीज़ां ठंडियां होनियां शुरू हो जांदियां, अर्थ लैंड भी ठंडी होनी शुरू हो गई और वाटर भी ठंडा होना शुरू हो गया, पर स्पीड जिहड़ी सी दोनों दी ठंडे होने दी अलग अलग सी। तो लैंड जल्दी जल्दी ठंडी हुई और वाटर जिहड़ा है वो स्लोली ठंडा होना शुरू होया। तो हुण जे वाटर स्लो ठंडा होया इट मीनस कि वो लैंड तो थोड़ा जिहा गर्म सी, तो हुण समुंदर दे उपर वाली हवा जिहड़ी सी वो गर्म हो गई, राइज हुई, और रात वेले फिर हवा जिहड़ी है वो लैंड वालों सी वाल नूं मूव करन चली हो गई। तो ये सारियां मूवमेंट्स दे करके हुणे किन्नी गर्मी किन्ना क्रिएट करदी है उत्थे प्रैशर, उस हिसाब दे नाल हवा एक मध्यम ब्रीज दे रूप च हो सकदी है, स्ट्रॉन्ग विंड हो सकदी है, या एक स्ट्रॉम भी हो सकती है। और ये सारियां मूवमेंट एयर दियां जड़ियां है वो अनईवन हीटिंग ऑफ एटमॉस्फेयर दे कारण होंदियां हैगियां। ओके बेटा, थैंक यू।